ਗੁੱਡ ਮਾਰਨਿੰਗ ਸਟੂਡੈਂਟਸ। ਸੋ ਅੱਜ ਅਸੀਂ ਤੁਹਾਡੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਪਾਠ ਵਿਸਾਖੀ ਦਾ ਮੇਲਾ ਕਰਾਂਗੇ, ਜਿਹੜੀ ਕਿ ਇੱਕ ਕਵਿਤਾ ਹੈ। ਵਿਸਾਖੀ ਦਾ ਮੇਲਾ ਕਵਿਤਾ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਸੋ ਪਹਿਲਾਂ ਕੁਝ ਗੱਲਾਂ ਧਨੀ ਰਾਮ ਚਾਤ੍ਰਿਕ ਜੀ ਬਾਰੇ ਕਰਦੇ ਹਾਂ। ਧਨੀ ਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪੋਹੂ ਮੱਲ ਦੇ ਘਰ ਹੋਇਆ। ਮਾਤਾ ਦਾ ਨਾਂ ਸ਼੍ਰੀਮਤੀ ਲక్ష్ਮੀ ਦੇਵੀ ਸੀ। ਪਿੰਡ ਪਸੀਆਂ, ਜ਼ਿਲ੍ਹਾ ਸਿਆਲਕੋਟ, ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਧਨੀ ਰਾਮ ਚਾਤ੍ਰਿਕ ਪੰਜਾਬੀ ਦੇ ਆਧੁਨਿਕ ਸ਼ਿਰੋਮਣੀ ਕਵੀਆਂ ਵਿੱਚੋਂ ਇੱਕ ਸੀ। ਬੜੇ ਹੀ ਪ੍ਰਸਿੱਧ ਕਵੀ ਹੋਏ ਨੇ ਧਨੀ ਰਾਮ ਚਾਤ੍ਰਿਕ ਜੀ। ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਅੰਮ੍ਰਿਤਸਰ ਦੇ ਵਿੱਚ ਹੀ ਗੁਜ਼ਾਰਿਆ। ਉਹ ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਵੀ ਕਰਦੇ ਰਹੇ। ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ, ਜਿਨ੍ਹਾਂ ਵਿੱਚੋਂ ਕੁਝ ਦੇ ਨਾਂ ਅਸੀਂ ਲੈ ਰਹੇ ਹਾਂ। ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰ ਜਹਾਂ ਬਾਦਸ਼ਾਹ ਬੇਗਮ, ਭਰਥਰੀ ਹਰੀ, ਨਲ ਦਮਯੰਤੀ ਆਦਿ। ਧਨੀ ਰਾਮ ਚਾਤ੍ਰਿਕ ਜੀ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਸੱਭਿਆਚਾਰ ਦਾ ਬਿਆਨ ਕੀਤਾ ਹੈ। ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਰਚਨਾਵਾਂ ਨੇ, ਉਹਨਾਂ ਵਿੱਚ ਅਸੀਂ ਦੇਖਾਂਗੇ ਤਾਂ ਪੰਜਾਬੀਅਤ ਅਤੇ ਪੰਜਾਬੀ ਲੋਕਾਂ ਦੀ ਜ਼ਿਆਦਾ ਗੱਲ ਕੀਤੀ ਗਈ ਹੈ। ਪੰਜਾਬੀ ਨਾਲ ਉਹਨਾਂ ਦਾ ਪਿਆਰ ਜਿਹੜਾ ਹੈਗਾ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ ਫੁੱਟ ਕੇ ਪੈਂਦਾ ਹੈ। ਉਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਵੀ ਠੇਠ ਪੰਜਾਬੀ ਹੈ। ਬੜੀ ਹੀ ਪਿਓਰ ਪੰਜਾਬੀ ਉਹ ਬੋਲਦੇ ਨੇ ਰਚਨਾਵਾਂ ਦੇ ਵਿੱਚ। ਸੋ ਅੱਜ ਅਸੀਂ ਉਹਨਾਂ ਦੀ ਇੱਕ ਕਵਿਤਾ ਵਿਸਾਖੀ ਦਾ ਮੇਲਾ ਕਰਨ ਜਾ ਰਹੇ ਹਾਂ, ਜਿਹੜੀ ਕਿ ਪੰਜਾਬੀ ਸੱਭਿਆਚਾਰ ਦੀ ਹੀ ਇੱਕ ਝਲਕ ਪੇਸ਼ ਕਰਦੀ ਹੈ। ਵਿਸਾਖੀ ਦਾ ਮੇਲਾ ਕਵਿਤਾ ਦੇ ਵਿੱਚ ਕਵੀ ਜਿਹੜਾ ਹੈਗਾ ਸਾਨੂੰ ਵਿਸਾਖ ਦੇ ਮਹੀਨੇ ਯਾਨੀ ਅਪ੍ਰੈਲ ਦੇ ਮਹੀਨੇ ਵਿੱਚ ਆਉਣ ਵਾਲੇ ਵਿਸਾਖੀ ਦੇ ਮੇਲੇ ਬਾਰੇ ਦੱਸਦਾ ਹੈ। ਕਿਸ ਤਰ੍ਹਾਂ ਦਾ ਉਸ ਸਮੇਂ ਸਾਡਾ ਚਾਰ ਸਫੇਰਾ ਹੁੰਦਾ ਹੈ ਅਤੇ ਕਿਸ ਤਰ੍ਹਾਂ ਦੀਆਂ ਰੌਣਕਾਂ ਮੇਲੇ ਵਿੱਚ ਹੁੰਦੀਆਂ ਹਨ। ਇਹ ਸਭ ਕੁਝ ਉਹ ਇਸ ਮੇਲੇ ਵਿੱਚ, ਇਸ ਕਵਿਤਾ ਵਿੱਚ ਦੱਸ ਰਹੇ ਨੇ ਸਾਨੂੰ। ਹਾਂਜੀ। ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ, ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲਣੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਇਸ ਕਵਿਤਾ ਦੇ ਵਿੱਚ ਕਵੀ ਆਪਣੀ ਪ੍ਰੇਮਿਕਾ ਨੂੰ ਕਹਿ ਰਿਹਾ ਹੈ ਕਿ ਕਣਕਾਂ ਪੱਕ ਗਈਆਂ ਨੇ। ਲੁਕਾਟ ਇੱਕ ਫਲ ਹੈ, ਫਲ ਦੀ ਕਿਸਮ ਹੈ ਲੁਕਾਠ। ਸੋ ਲੁਕਾਠ ਨੂੰ ਕਹਿੰਦੇ ਰਸ ਪੈ ਗਿਆ ਹੈ, ਰੱਸਿਆ ਭਾਵ ਰਸ ਪੈ ਗਿਆ ਹੈ। ਅੰਬਾਂ ਨੂੰ ਬੂਰ ਆ ਗਿਆ ਹੈ ਅਤੇ ਗੁਲਾਬ ਹੱਸਿਆ ਹੈ। ਹੱਸਿਆ ਭਾਵ ਗੁਲਾਬ ਖਿੜ ਗਿਆ ਹੈ, ਗੁਲਾਬ ਦੇ ਫੁੱਲ ਜਿਹੜੇ ਨੇ ਉਹ ਖਿੜ ਗਏ ਨੇ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਮਤਲਬ ਜਿਹੜੇ ਬਾਗ ਨੇ, ਬਗੀਚੇ ਨੇ, ਉਹ ਸਭ ਹਰੇ ਭਰੇ ਹੋ ਗਏ ਨੇ। ਬਹਾਰ ਆਉਣ ਕਰਕੇ ਚਾਰੇ ਪਾਸੇ ਹਰਿਆਲੀ ਹੈ। ਬੇਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ, ਟਾਹਣੀਆਂ ਜਿਹੜੀਆਂ ਹਰੀਆਂ ਹੋ ਕੇ ਉਹਨਾਂ 'ਤੇ ਫਲ ਜਿਹੜੇ ਹੈਗੇ ਨੇ ਲੱਗ ਕੇ ਇੰਨਾ ਜ਼ਿਆਦਾ ਮਤਲਬ ਉਹਨਾਂ ਦਾ ਭਾਰ ਹੋ ਗਿਆ ਕਿ ਉਹ ਲਫ ਗਈਆਂ ਨੇ, ਮੀਨਸ ਝੁੱਕ ਗਈਆਂ ਨੇ। ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜ੍ਹੀਆਂ, ਹਰ ਤਰ੍ਹਾਂ ਦੀਆਂ ਵੇਲਾਂ ਜਿਹੜੀਆਂ ਨੇ ਉਹ ਪੁੰਗਰਨੀਆਂ ਸ਼ੁਰੂ ਹੋ ਗਈਆਂ ਨੇ ਅਤੇ ਰੁੱਖਾਂ ਉੱਪਰ ਚੜ੍ਹਨੀਆਂ ਸ਼ੁਰੂ ਹੋ ਗਈਆਂ ਨੇ। ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਅਤੇ ਜਿਹੜੇ ਫਲਾਂ ਵਾਲੇ ਦਰੱਖਤ ਨੇ ਉਹਨਾਂ ਦੇ ਉੱਪਰ ਫੁੱਲਾਂ ਤੋਂ ਬਾਅਦ ਹੁਣ ਫਲ ਲੱਗਣੇ ਸ਼ੁਰੂ ਹੋ ਗਏ ਨੇ।
ਸਾਈਂ मतलब उस परमात्मा की निगाह जग ते सवली पई है, सोहनी पई है, मेहर वाली पई है, जिस दे कारण ये सारा कुछ होया है। ते धनी राम चातरिक जी अपनी प्रेमिका नूं संबोधन करते हुए इस कविता दे विच कह रहे ने कि चल नी प्रेमीए आपां भी विसाखी चलीए। सो उपर वाले पैरे दे विच असीं देखिया कि विसाखी दे मेले समय आसे पासे का माहौल किहो जिहा हुंदा है, फसलां पक जांदियां ने, ਜਿਹੜੇ हर एक ਥਾਂ ਤੇ हरियाली ਤੇ फल फुੱਲ आने शुरू हो जाते हैं, हर एक ਜਿਹੜੇ ਸਾਡੇ बूटे ने उन्होंने। तो अगले पैरिਆਂ ਦੇ ਵਿੱਚ कवि सानू विसाखी के मेले का नज़ारा ਜਿਹੜਾ ਹੈਗਾ ਉਹ पेश करता है। ਹੁਣ विसाखी के मेले ਵਿੱਚ ਕੀ ਕੁਝ ਹੁੰਦਾ है। दूर दूर ਥਾਂ ਵਣ ਜਾਰੇ आए ने, सोहने सोहने कुंजां ते फीते लियाए ने, गजरियां ते वंगां दा ना अंत कोई ए, मंडी झूठे गहणियां दी लगी होई ए, हट्टियां हज़ारां हलवाइयां लाइयां ने, सैकड़े सुगातां नाले होर आईयां ने, हट्टी हट्टी शौंकियां दी भीड़ खल्ली ए, चल नी प्रेमीए विसाखी चलीए। सो इस पैरे दे विच कवि कह रहे ने कि दूर दूर तो वणजारे आए ने। पुराने समय दे विच बच्चों बाज़ार नहीं हुंदे सी, हर पिंड हर शहर दे विच बाज़ार नहीं हुंदे सी। सो शहर दे विच बहुत घੱਟ दुकानां हुंदियां सी, शहर भी छोटे छोटे हुंदे सी, ते पिंडां दे विच तां बहुत मुश्किल नाल किसे ਵੱਡੇ पिंड दे विच जिस नूं असीं कस्बा कह दिंदे हां उस दे विच कोई दुकान बेशक हुंदी सी। वैसे इदां ਦੀਆਂ दुकानां ਜਿਹੜੀਆਂ ਹੈਗੀਆਂ नहीं ਹੁੰਦੀਆਂ ਸੀਗੀਆਂ, ਜਿਵੇਂ ਹੁਣ ਸਾਡੇ ਆਮ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਦੁਕਾਨਾਂ ਜਿਹੜੀਆਂ ਹੈਗੀਆਂ ਨੇ, ਹਰ ਇੱਕ ਚੀਜ਼ ਅਵੇਲੇਬਲ ਹੈਗੀ ਹੈ, ਮਿਲ ਜਾਂਦੀ ਹੈ। ਪੁਰਾਣੇ ਸਮੇਂ ਦੇ ਵਿੱਚ ਇਦਾਂ ਨਹੀਂ ਹੁੰਦਾ ਸੀ। ਸੋ ਇਹ ਮੇਲੇ ਜਿਹੜੇ ਹੁੰਦੇ ਸੀ ਇਹ ਲੋਕਾਂ ਲਈ ਇੱਕ ਬਾਜ਼ਾਰ ਹੁੰਦੇ ਸੀਗੇ। ਇਹਨਾਂ ਮੇਲਿਆਂ ਦੇ ਵਿੱਚ ਦੂਰ ਦੂਰ ਤੋਂ ਦੂਸਰੇ ਇਲਾਕਿਆਂ ਤੋਂ ਜਿਹੜੇ ਦੁਕਾਨਦਾਰ ਸੀ ਉਹ ਲਿਆ ਕੇ ਆਪਣੀਆਂ ਦੁਕਾਨਾਂ ਲਗਾਉਂਦੇ ਹੁੰਦੇ ਸੀ ਸਮਾਨ ਦੀਆਂ, ਤੇ ਲੋਕ ਚਾਈਂ ਚਾਈਂ ਇਹਨਾਂ ਮੇਲਿਆਂ 'ਚ ਜਾਂਦੇ ਸੀ। ਤੇ ਉਹਨਾਂ ਕਿਉਂਕਿ ਉਹਨਾਂ ਕੋਲ ਇਹ ਮੌਕਾ ਹੁੰਦਾ ਸੀ ਨਵੀਆਂ ਨਵੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਖਰੀਦਣ ਦਾ। ਸੋ ਇੱਥੇ ਵੀ ਕਵੀ ਸਾਨੂੰ ਦੱਸ ਰਹੇ ਨੇ ਕਿ ਵਣਜਾਰੇ ਜਿਹੜੇ ਹੈਗੇ ਨੇ, ਵਣਜਾਰੇ ਜਿਹੜੇ ਹੁੰਦੇ ਸੀ ਮਨਿਆਰੀ ਦਾ ਸਮਾਨ, ਜਿਹੜਾ ਲੇਡੀਜ਼ ਦਾ ਸਮਾਨ ਅਸੀਂ ਅੱਜ ਕੱਲ੍ਹ ਲੈਂਦੇ ਹਾਂ ਦੁਕਾਨਾਂ ਤੋਂ, ਉਹ ਪਹਿਲਾਂ ਵਣਜਾਰੇ ਦੇ ਕੇ ਜਾਂਦੇ ਸੀ। ਜਿਵੇਂ ਪਰਾਂਦੇ ਹੋ ਗਏ, ਚੂੜੀਆਂ ਹੋ ਗਈਆਂ, ਗਹਿਣੇ ਹੋ ਗਏ, ਲੇਸਾਂ ਫੀਤੇ ਹੋ ਗਏ, ਹੈ ਨਾ, ਇਹ ਸਾਰਾ ਕੁਝ ਵਣਜਾਰੇ ਲਿਆਉਂਦੇ ਹੁੰਦੇ ਸੀ। ਵੰਗਾਂ ਹੋ ਗਈਆਂ, ਹੈ ਨਾ। ਸੋ ਕਹਿੰਦੇ ਦੂਰ ਦੂਰ ਥਾਵਾਂ ਤੋਂ ਵਣਜਾਰੇ ਆਏ ਨੇ ਅਤੇ ਬਹੁਤ ਤਰ੍ਹਾਂ ਦੇ ਸੋਹਣੇ ਸੋਹਣੇ ਉਹ ਕੁੰਜਾਂ 'ਤੇ ਫੀਤੇ ਲਿਆਏ ਨੇ। ਕੁੰਜਾਂ ਫੀਤੇ ਹੁੰਦੇ ਆ ਬੇਟਾ ਜਿਹੜੀਆਂ ਅਸੀਂ ਅੱਜ ਕੱਲ੍ਹ ਲੇਸਿਸ ਲਗਾਉਣੇ ਆ, ਰਿਬਨ ਲਗਾਉਣੇ ਆ ਸੂਟਾਂ ਨੂੰ, ਤਰ੍ਹਾਂ ਤਰ੍ਹਾਂ ਦੀਆਂ ਅਸੀਂ ਜਿਹੜੇ ਹੈਗੇ ਨੇ ਆਪਣੇ ਦੁਪੱਟੇ ਜਿਹੜੇ ਹੈਗੇ ਨੇ ਉਹਨਾਂ ਨੂੰ ਸਜਾਉਣ ਦੇ ਲਈ ਕਿਨਾਰੀਆਂ ਲਗਾਉਣੇ ਆ, ਉਹਨਾਂ ਨੂੰ ਕੁੰਜਾਂ ਫੀਤੇ ਕਹਿੰਦੇ ਸੀ। ਸੋ ਉਹ ਕਹਿੰਦਾ ਲੈ ਕੇ ਆਏ ਨੇ ਗਜ਼ਰਿਆਂ ਅਤੇ ਵੰਗਾਂ ਦਾ ਨਾ ਅੰਤ ਕੋਈ ਹੈ। ਗਜ਼ਰੇ, ਗਜ਼ਰੇ ਹੁੰਦੇ ਆ ਕੰਗਣ, ਸੌਰੀ, ਵੰਗਾਂ ਚੂੜੀਆਂ ਹੋ ਗਈਆਂ, ਇਹਨਾਂ ਦਾ ਤਾਂ ਅੰਤ ਹੀ ਕੋਈ ਨਹੀਂ। ਮਤਲਬ ਭਾਂਤ ਭਾਂਤ ਦੀਆਂ ਇਹ ਵੰਗਾਂ ਅਤੇ ਚੂੜੀਆਂ ਗਜ਼ਰੇ ਜਿਹੜੇ ਹੈਗੇ ਨੇ ਉਹ ਲੈ ਕੇ ਆਏ ਨੇ। ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ। ਝੂਠੇ ਗਹਿਣੇ ਹੁੰਦੇ ਆ ਬੇਟਾ ਇੱਥੇ ਆਰਟੀਫਿਸ਼ਲ ਗਹਿਣੇ ਜਿਹੜੇ ਅਸੀਂ ਕਹਿੰਦੇ ਹਾਂ ਨਕਲੀ ਗਹਿਣੇ ਨੇ, ਉਹਨਾਂ ਦੀ ਵੀ ਕਹਿੰਦਾ ਮੰਡੀ ਲੱਗੀ ਹੁੰਦੀ ਹੈ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਹਜ਼ਾਰਾਂ ਹੀ ਹਲਵਾਈਆਂ ਨੇ ਹੱਟੀਆਂ ਲਾ ਲਈਆਂ ਹਨ। ਬਹੁਤ ਤਰ੍ਹਾਂ ਦੀਆਂ ਮਿਠਾਈਆਂ ਜਿਹੜੀਆਂ ਨੇ ਉੱਥੇ ਪੱਕ ਰਹੀਆਂ ਨੇ, ਹੋਰ ਵੀ ਬਹੁਤ ਸੈਂਕੜੇ ਸੌਗਾਤਾਂ ਜਿਹੜੀਆਂ ਨੇ ਹੋਰ ਵੀ ਉੱਥੇ ਆਈਆਂ ਨੇ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀਏ, ਥਾਂ ਥਾਂ 'ਤੇ ਹਰ ਇੱਕ ਦੁਕਾਨ 'ਤੇ ਜਿਹੜੇ ਸ਼ੌਂਕੀ ਨੇ, ਇਹਨਾਂ ਚੀਜ਼ਾਂ ਨੂੰ ਲੈਣ ਦੇ ਸ਼ੌਕੀਨ ਨੇ, ਉਹਨਾਂ ਦੀ ਭੀੜ ਖੜੀ ਹੈਗੀ ਹੈ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਅਤੇ ਚੱਲ ਵੀ ਆਪਾਂ ਵੀ ਵਿਸਾਖੀ ਦਾ ਮੇਲਾ ਦੇਖਣ ਚੱਲੀਏ। ਥਾਈਂ ਥਾਈਂ ਖੇਡਾਂ 'ਤੇ ਭੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜ਼ਾ ਕਾਟੋ ਤੂੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਅੱਗੇ ਕਵੀ ਕਹਿ ਰਹੇ ਨੇ
ਕਿ ਥਾਈਂ ਖੇਡਾਂ, ਥਾਂ 'ਤੇ ਖੇਡਾਂ ਅਤੇ ਜਿਹੜੇ ਪੰਘੂੜੇ ਨੇ ਬੱਚਿਆਂ ਲਈ ਖੇਡਾਂ ਅਤੇ ਪੰਘੂੜੇ ਮੀਨਸ ਜਿਹੜੇ ਝੂਟੇ ਲੈਂਦੇ ਹੋ ਤੁਸੀਂ, ਜਿਨ੍ਹਾਂ 'ਤੇ ਝੂਲੇ ਹੁੰਦੇ ਨੇ ਉਹ ਲੱਗੇ ਹੋਏ ਨੇ। ਜੋਗੀਆਂ ਨੇ ਅਤੇ ਮਦਾਰੀਆਂ ਨੇ ਤਮਾਸ਼ੇ ਲਾਏ ਹੋਏ ਨੇ। ਜੋਗੀ ਸੱਪਾਂ ਦੇ ਤਮਾਸ਼ੇ ਦਿਖਾ ਰਹੇ ਨੇ, ਮਦਾਰੀ ਜਿਹੜੇ ਹੈਗੇ ਨੇ ਬਾਂਦਰਾਂ ਦੇ ਤਮਾਸ਼ੇ ਜਿਹੜੇ ਹੈਗੇ ਨੇ ਉਹ ਦਿਖਾ ਰਹੇ ਨੇ। ਕਿਤੇ ਵੰਜਲੀ ਵੱਜ ਰਹੀ ਹੈ। ਇਹ ਬੇਟਾ ਸਾਰੇ ਸਾਜ਼ ਨੇ, ਵੰਜਲੀ, ਲੰਗੋਜ਼ਾ, ਕਾਟੋ, ਤੂੰਬਾ। ਵੰਜਲੀ ਬੰਸਰੀ ਹੁੰਦੀ ਹੈ, ਲੰਗੋਜ਼ਾ ਵੀ ਇੱਕ ਸਾਜ਼ ਹੈ, ਅਤੇ ਕਾਟੋ ਤੁਸੀਂ ਦੇਖੀ ਹੋਣੀ ਆ ਭੰਗੜੇ ਦੇ ਵਿੱਚ। ਤੁਸੀਂ ਦੇਖਦੇ ਹੋ ਬੱਚੇ ਲੈ ਕੇ ਇੱਕ ਰੱਸੀ ਜਿਹੀ ਖਿੱਚ ਕੇ ਇੱਕ ਜਿਹੜਾ ਹੈਗਾ ਲੱਕੜੀ ਦਾ ਡੰਡੇ ਜਿਹੇ 'ਤੇ ਬੰਨੀ ਹੁੰਦੀ ਹੈ ਕਾਟੋ, ਉਹ ਵਜਾਉਂਦੇ ਨੇ। ਇੱਕ ਤੂੰਬਾ ਹੁੰਦਾ, ਇਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ। ਅਤੇ ਇਹ ਸਾਰੇ ਸਾਜ਼ ਨੇ। ਕਹਿੰਦਾ ਕਿਤੇ ਵੰਜਲੀ ਵੱਜ ਰਹੀ ਹੈ, ਕਿਤੇ ਲੰਗੋਜੇ ਵੱਜ ਰਹੇ ਨੇ, ਕਾਟੋ, ਤੂੰਬਾ ਵੱਜ ਰਿਹਾ ਕਿਤੇ। ਛਿੰਝ ਵਿੱਚ, ਛਿੰਝ ਜਿਹੜਾ ਹੈਗਾ ਘੋਲ ਹੈ, ਅਖਾੜਾ ਘੋਲ ਦਾ। ਉੱਥੇ ਕਹਿੰਦਾ ਪਹਿਲਵਾਨ ਜਿਹੜੇ ਨੇ ਸੂਰੇ ਪਹਿਲਵਾਨ ਮਤਲਬ ਜਵਾਨ ਪਹਿਲਵਾਨ ਜਿਹੜੇ ਗੱਭਰੂ ਨੇ ਉਹ ਗੱਜ ਰਹੇ ਨੇ। ਇਕੱਠਾ ਹੋ ਕੇ, ਇਕੱਠਾ ਮੀਨਸ ਇੱਥੇ ਇਕੱਠਾ ਹੈ। ਸੋ ਇਹਨੂੰ ਜਿਹੜਾ ਹੈਗਾ ਸ਼ਾਰਟ ਦੇ ਵਿੱਚ ਲਿਖਿਆ ਹੋਇਆ, ਇਸ ਕਰਕੇ ਇਸ ਦੇ ਉੱਪਰ ਛੁੱਟ ਮਰੋੜੀ ਪਾਈ ਹੋਈ ਹੈ। ਜਿਹੜੀ ਪੋਸਟ ਆਫਿਸ ਤੁਸੀਂ ਇੰਗਲਿਸ਼ 'ਚ ਕਹਿੰਦੇ ਹੋ, ਇਹਨੂੰ ਛੁੱਟ ਮਰੋੜੀ ਕਹਿੰਦੇ ਆ। ਛੁੱਟ ਮਰੋੜੀ ਪਾ ਕੇ ਇਕੱਠਾ ਦੀ ਈੜੀ ਨੂੰ ਸਿਹਾਰੀ ਕੱਟ ਕੇ ਇਕੱਠਾ ਲਿਖਿਆ ਹੋਇਆ। ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਸਾਰੇ ਜੱਗ ਦਾ ਹੀ ਰੌਲਾ। ਇੱਦਾਂ ਲੱਗਦਾ ਜਿਵੇਂ ਸਾਰਾ ਸੰਸਾਰ ਇੱਥੇ ਇਕੱਠਾ ਹੋ ਕੇ ਆ ਗਿਆ ਹੈ। ਅਤੇ ਭੀੜ ਵਿੱਚ ਜਿਹੜਾ ਹੈਗਾ ਇੱਕ ਦੂਸਰੇ ਦੇ ਮੋਢੇ ਦੇ ਨਾਲ ਮੋਢਾ ਵੱਜਦਾ ਹੈ, ਭਾਵ ਇੰਨੀ ਜ਼ਿਆਦਾ ਇੱਥੇ ਭੀੜ ਹੈ। ਕੋਹਾਂ ਦੇ ਵਿੱਚ ਕਿੰਨੀ ਹੀ ਜ਼ਿਆਦਾ ਜਿਹੜੀ ਹੈਗੀ ਹੈ ਜ਼ਮੀਨ ਇੱਥੇ ਮੇਲੇ ਨੇ ਮੱਲ ਲਈ ਹੈ। ਚੱਲਣੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਵੀ ਸਾਨੂੰ ਇਸ ਕਵਿਤਾ ਦੇ ਵਿੱਚ ਦੱਸ ਰਿਹਾ ਹੈ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਜਿਹੜਾ ਵਿਸਾਖੀ ਦਾ ਮੇਲਾ ਲੱਗਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ, ਕਿਸ ਤਰ੍ਹਾਂ ਦਾ ਉਸ ਸਮੇਂ ਮਾਹੌਲ ਹੁੰਦਾ ਹੈ, ਚਾਰ ਚੁਫੇਰਾ ਹੁੰਦਾ ਹੈ, ਅਤੇ ਵਿਸਾਖੀ ਦੇ ਮੇਲੇ ਦੇ ਵਿੱਚ ਕੀ ਕੀ ਰੰਗ ਬੰਨੇ ਹੁੰਦੇ ਹਨ। ਇਹ ਸਾਰਾ ਕੁਝ ਸਾਨੂੰ ਕਵੀ ਇਸ ਕਵਿਤਾ ਦੇ ਵਿੱਚ ਦੱਸਦਾ ਹੈ। ਸੋ ਵਿਸਾਖੀ ਦੇ ਮੇਲੇ ਦੀ ਇੱਕ ਕਿਰਸਾਨੀ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਜਿਹੜਾ ਹੈਗਾ ਇਹ ਮੇਲਾ ਰੱਖਦਾ ਹੈਗਾ। ਉਸ ਤੋਂ ਇਲਾਵਾ ਵਿਸਾਖੀ ਦੇ ਮੇਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਾਜ਼ਾਰ ਸੀਗੇ ਇੱਕ ਤਰ੍ਹਾਂ ਦੇ ਲੱਗਦੇ ਸੀ, ਜਿਸ ਕਰਕੇ ਲੋਕਾਂ ਨੂੰ ਆਪਣੀਆਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਸੀ ਉਹ ਖਰੀਦਣ ਦਾ ਮੌਕਾ ਮਿਲਦਾ ਸੀ। ਸੋ ਬਹੁਤ ਹੀ ਸੋਹਣੀ ਕਵਿਤਾ, ਬਹੁਤ ਹੀ ਸੋਹਣਾ ਸੱਭਿਆਚਾਰ ਪੇਸ਼ ਕੀਤਾ ਹੈ ਧਨੀ ਰਾਮ ਚਾਤ੍ਰਿਕ ਜੀ ਨੇ ਇਸ ਕਵਿਤਾ ਦੇ ਵਿੱਚ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਧੰਨਵਾਦ।